ਜ਼ਿੰਮੇਵਾਰੀ ਸੌਂਪੀ ਹੈ ਕਿ ਗ੍ਰਾਸ ਰੂਟ ਲੈਵਲ ਤੇ ਆਮ ਹਸਪਤਾਲ ਸਾਰਿਆਂ ਦੇ ਵਿੱਚ ਵਿਚਰ ਕੇ ਇਹ ਦੇਖਿਆ ਜਾਏ ਕਿ ਅਸੀਂ ਕਿਸ ਤਰ੍ਹਾਂ ਇਸ ਮਹਾਮਾਰੀ ਦੇ ਦੌਰਾਨ ਇਹਨੂੰ ਨਾਲ ਲੈਂਦੇ ਹੋਏ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਆ ਰਹੇ ਸਪੈਸ਼ਲਿਸਟ ਡਾਕਟਰ ਹੈਲਥ ਸਰਕਾਰੀ ਨੌਕਰੀ ਜੁਆਇਨ ਕਿਉਂ ਨਹੀਂ ਕਰਨਾ ਚਾਹੁੰਦੇ? ਕੀ ਲੱਗਦਾ ਵੀ ਤਨਖਾਹ ਘੱਟ ਹੈ? ਨਹੀਂ, ਇਹਦੇ ਬਾਰੇ ਤਾਂ ਸਰਕਾਰ ਦੇ ਜਿਹੜੇ ਨਿਰਧਾਰਤ ਮਾਪਦੰਡ ਹੈਗੇ ਆ ਉਹਨਾਂ ਨੇ ਤਨਖਾਹ ਫਿਕਸ ਕੀਤੀ ਹੋਈ ਆ। ਐਮਐਲਏ ਦੇ ਬੱਚਿਆਂ ਨੂੰ ਨੌਕਰੀ ਮਿਲ ਸਕਦੀ ਤੇ ਕਿ ਸ਼ਹੀਦ ਦੇ ਬੱਚੇ ਨੂੰ ਕਿਉਂ ਨਹੀਂ ਮਿਲਦੀ? ਉਹ ਡਾਕਟਰ ਆ, ਉਹ ਕੋ ਕਲਾਸ ਹੋ ਤੇ ਹੈਗਾ ਨਹੀਂ ਸੀ, ਡਾਕਟਰ ਹੈਗਾ ਸੀ ਤੇ ਡਾਕਟਰ ਨੂੰ ਡਾਕਟਰ ਲਾਉਣ ਵਾਸਤੇ ਹੀ ਇਹ ਸਰਕਾਰ ਵਾਸਤੇ ਤਰਲੇ ਕੱਢਣੇ ਪੈਣ ਡੇ ਸਾਨੂੰ। D4 न्यूज़ देख रहे तमाम दोस्तों को दीपक भंडारी का नमस्कार। आज हम पहुंचे हैं सिविल हॉस्पिटल में जहां पर डॉक्टर प्रभदीप कौर जौहल को सम्मानित किया जा रहा है। आपको बता दें कि यहां पर डिप्टी मेडिकल कमिश्नर रह चुकी हैं, यहीं पर ये सिविल सर्जन भी रही और यहीं पर ये अब चंडीगढ़ में डायरेक्टर रही। अब इन्हें विशेष तौर पर पंजाब सरकार की ओर से विशेष सलाहकार लगाया गया है ताकि हेल्थ सर्विसेज में सुधार किया जा सके। हमारे साथ हैं डॉक्टर प्रभदीप कौर जौहल। सत श्री अकाल सर। ਸਤਿ ਸ਼੍ਰੀ ਅਕਾਲ ਜੀ। ਅੱਜ ਤੁਸੀਂ ਪਹਿਲੀ ਵਾਰੀ ਆਏ ਹੋ ਜਦੋਂ ਤੁਹਾਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ, ਤੇ ਤੁਸੀਂ ਕੀ ਸਮਝਦੇ ਹੋ? ਤੁਸੀਂ ਦੇਖੋ ਗ੍ਰਾਸ ਰੂਟ ਲੈਵਲ ਤੋਂ ਕੰਮ ਕੀਤਾ ਹੈਲਥ ਡਿਪਾਰਟਮੈਂਟ 'ਚ, ਕਿਹੜੀਆਂ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਕੰਮ ਕਰਨ ਦੀ ਜ਼ਰੂਰਤ ਹੈ? ਦੇਖੋ, ਪੰਜਾਬ ਸਰਕਾਰ ਦਾ ਬਹੁਤ ਮੈਂ ਦਿਲੋਂ ਧੰਨਵਾਦ ਕਰਦੀ ਹਾਂ, ਮਾਨਯੋਗ ਸਿਹਤ ਮੰਤਰੀ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਬਹੁਤ ਹੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਹ ਕਿ ਤੁਹਾਨੂੰ ਜਿਸ ਤਰ੍ਹਾਂ ਪਤਾ ਹੈ ਸਾਰਿਆਂ ਨੂੰ ਕਿ ਕੋਵਿਡ-19 ਦੀ ਮਹਾਮਾਰੀ ਕਾਫੀ 1 ਸਾਲ ਤੋਂ 1.5 ਸਾਲ ਤੋਂ ਚੱਲ ਰਹੀ ਹੈ, ਜਿਹਦੇ ਕਰਕੇ ਬਹੁਤ ਸਾਡੇ ਸਟਾਫ ਦਾ ਧਿਆਨ, ਰੁਝਾਨ ਔਰ ਸਾਰਾ ਕੰਮ ਅਸੀਂ ਉੱਧਰ ਕਰ ਰਹੇ ਹੈਗੇ ਹਾਂ, ਜਿਹਦੇ ਕਰਕੇ ਨੌਨ ਕੋਵਿਡ ਜਿਹੜੀਆਂ ਸਰਵਿਸਿਜ਼ ਹੈਗੀਆਂ ਐਸੈਂਸ਼ੀਅਲ, ਜਿਸ ਤਰ੍ਹਾਂ ਇਮੂਨਾਈਜੇਸ਼ਨ ਹੈ, ਮਦਰ ਐਂਡ ਚਾਈਲਡ ਸਰਵਿਸਿਜ਼ ਹੈ, ਜਾਂ ਹੌਸਪੀਟਲ ਦਾ ਰੱਖ ਰਖਾਵ ਹੈ, ਜਿਵੇਂ ਅਸੀਂ ਪਹਿਲਾਂ ਕਾਇਆ ਕਲਪ ਕਰਦੇ ਸੀ, ਉਹ ਸਾਰਾ ਕੁਛ ਨਾ ਕੁਛ ਹੱਦ ਤੱਕ ਪਿੱਛੇ ਚਲਾ ਗਿਆ। ਮੈਨੂੰ ਉਹਨਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਕਿ ਗ੍ਰਾਸ ਰੂਟ ਲੈਵਲ ਤੇ ਆਮ ਹਸਪਤਾਲ ਸਾਰਿਆਂ ਦੇ ਵਿੱਚ ਵਿਚਰ ਕੇ ਇਹ ਦੇਖਿਆ ਜਾਏ ਕਿ ਅਸੀਂ ਕਿਸ ਤਰ੍ਹਾਂ ਇਸ ਮਹਾਮਾਰੀ ਦੇ ਦੌਰਾਨ ਇਹਨੂੰ ਨਾਲ ਲੈਂਦੇ ਹੋਏ ਅਸੀਂ ਇੰਪਰੂਵਮੈਂਟ ਕਰ ਸਕਦੇ ਹਾਂ। ਦੂਸਰੀ ਗੱਲ ਇਹ ਕਿ ਆਪਣੇ ਸਟਾਫ ਦਾ ਹੌਸਲਾ ਅਫਜ਼ਾਈ ਕਰਨਾ, ਉਹਨਾਂ ਦੇ ਵਿੱਚ ਉਤਰ ਕੇ ਗਰਾਊਂਡ ਲੈਵਲ ਤੇ ਆ ਕੇ ਉਹਨਾਂ ਨੂੰ ਇਹ ਦੱਸਣਾ, ਕਿਉਂਕਿ ਫਰੰਟ ਲਾਈਨ ਵਰਕਰ ਜਿੰਨਾ ਵੀ ਡੇ ਐਂਡ ਨਾਈਟ ਸਾਡੇ ਸਟਾਫ ਨੇ ਕੰਮ ਕੀਤਾ ਹੈ ਬਹੁਤ ਕਾਬਿਲ ਤਾਰੀਫ ਹੈ। ਅੱਜ ਅਗਰ ਅਸੀਂ ਕੋਵਿਡ-19 ਨੂੰ ਕੰਟਰੋਲ ਕਰਨ 'ਚ ਸਫਲ ਹੋਏ ਹਾਂ ਤਾਂ ਇਹ ਸਾਡੇ ਸਟਾਫ ਦੀ ਮਿਹਨਤ ਹੈ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸੈਂਪਲਿੰਗ ਕੀਤੀ, ਟ੍ਰੀਟਮੈਂਟ ਕੀਤਾ ਔਰ ਅਵੇਅਰਨੈਸ ਕ੍ਰੀਏਟ ਕੀਤੀ। ਮੈਨੂੰ ਵੀ ਪਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਹੋ ਕਿ ਅਸੀਂ ਦਿਨ ਰਾਤ ਇਹ ਕੰਮ ਜਿਹੜਾ ਹੈ ਕੰਟੈਕਟ ਟ੍ਰੇਸਿੰਗ ਦਾ, ਤਾਂ ਕਿ ਸਪਰੈਡ ਨਾ ਹੋਵੇ, ਕਰਦੇ ਰਹੇ ਹਾਂ। ਹੁਣ ਵੈਕਸੀਨੇਸ਼ਨ ਜੋ ਇੱਕ ਮੇਨ ਇਸ ਵੇਲੇ ਇੱਕ ਰਾਮਬਾਣ ਵੈਕਸੀਨੇਸ਼ਨ ਹੈ, ਉਹਦੇ ਵਿੱਚ ਕੁਝ ਹੱਦ ਤੱਕ ਵੈਕਸੀਨੇਸ਼ਨ ਲਗਵਾਉਣ ਦੀ ਲੋਕਾਂ ਦੇ ਵਿੱਚ ਹੈਜ਼ੀਟੈਂਸੀ ਹੈ। ਇਸ ਨੂੰ ਕਿਸ ਤਰ੍ਹਾਂ ਅਸੀਂ ਦੂਰ ਕਰ ਸਕਦੇ ਹਾਂ? ਅੱਜ ਹੀ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ SMOs ਦੇ ਨਾਲ, ਸਿਵਲ ਸਰਜਨ ਸਾਹਿਬ ਦੇ ਨਾਲ, ਤੁਹਾਡੇ ਨਾਲ, ਸਾਰਿਆਂ ਨਾਲ ਇਹ ਮੈਂ, ਕਿਉਂਕਿ ਤੁਸੀਂ ਜਨਤਾ ਦੀ ਆਵਾਜ਼ ਹੋ, ਕਿਸ ਤਰ੍ਹਾਂ ਅਸੀਂ ਇਹਨੂੰ ਇੰਪਰੂਵ ਕਰ ਸਕਦੇ ਹਾਂ, ਕਿਸ ਤਰ੍ਹਾਂ ਇਸ ਹੈਜ਼ੀਟੈਂਸੀ ਨੂੰ ਦੂਰ ਕਰ ਸਕਦੇ ਹਾਂ ਤਾਂ ਕਿ ਵੈਕਸੀਨੇਸ਼ਨ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ। ਵੈਕਸੀਨ ਦੀ ਕੋਈ ਕਮੀ ਨਹੀਂ ਹੈ, ਸਾਡੇ ਕੋਲ ਵੈਕਸੀਨ ਅਵੇਲੇਬਲ ਹੈ, ਲੇਕਿਨ ਵੈਕਸੀਨੇਸ਼ਨ ਦੀ ਦਰ ਘੱਟ ਹੈ। ਡਾਕਟਰ ਸਾਹਿਬ, ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਕਿ WHO ਦੀ ਟੀਮ ਨੂੰ ਨਾਲ ਲੈ ਕੇ ਜਿਹੜੇ ਲੋਕਾਂ ਨੂੰ ਮੋਟੀਵੇਟ ਕੀਤਾ ਜਾਏ ਘਰ ਡੋਰ ਟੂ ਡੋਰ ਜਾ ਕੇ ਵੀ ਵੈਕਸੀਨੇਸ਼ਨ ਲਗਾਓ? ਬਿਲਕੁਲ, ਇਸ ਤਰ੍ਹਾਂ ਕੱਲ੍ਹ ਮੇਰੀ ਮੀਟਿੰਗ ਹੋਈ ਹੈ ਇਮੂਨਾਈਜੇਸ਼ਨ ਔਰ WHO ਦੇ ਜਿਹੜੇ ਸਟੇਟ ਦੇ ਅਧਿਕਾਰੀ ਹੈ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਹੈ, ਜਿਹਦੇ 'ਚ ਮੈਂ ਸਭ ਤੋਂ ਪਹਿਲਾਂ ਇਹੀ ਉਹਨਾਂ ਕੋਲੋਂ ਕਨਫਰਮ ਕੀਤਾ ਕਿ ਸਾਡੇ ਕੋਲ ਕਿੰਨੀ ਵੈਕਸੀਨੇਸ਼ਨ ਸਾਡੇ ਕੋਲ ਡੋਜ਼ਸ ਅਵੇਲੇਬਲ ਹੈ, ਉਸ ਹਿਸਾਬ ਨਾਲ ਅਸੀਂ ਅੱਗੋਂ ਕੰਮ ਕਰਾਂਗੇ। ਔਰ ਅਸੀਂ ਗ੍ਰਾਸ ਰੂਟ ਲੈਵਲ 'ਤੇ ਜਾ ਕੇ ਜਿਸ ਤਰ੍ਹਾਂ ਅਸੀਂ ਪਹਿਲੇ ਕੰਮ ਕੀਤਾ ਸੀਗਾ ਹਾਊਸ ਟੂ ਹਾਊਸ, ਅਸੀਂ ਉਸ ਤਰ੍ਹਾਂ ਵੀ ਇਸ ਚੀਜ਼ ਨੂੰ ਇੱਕ ਹੈਜ਼ੀਟੈਂਸੀ ਦੂਰ ਕਰਨੀ ਹੈ, ਜਿਹੜੀ ਕਿ ਸ਼ਾਇਦ ਮੀਡੀਆ ਕਰਕੇ ਜਾਂ ਅਖਬਾਰਾਂ 'ਚ ਆਉਣ ਕਰਕੇ ਜਾਂ ਇੰਟਰਨੈਸ਼ਨਲ ਮੀਡੀਆ ਦੇ ਕਰਕੇ ਕਿ ਵੈਕਸੀਨੇਸ਼ਨ ਦੇ ਸਾਈਡ ਇਫੈਕਟਸ ਹੈ, ਲੋਕ ਵੈਕਸੀਨੇਸ਼ਨ ਕਰਾਉਣ ਤੋਂ ਡਰ ਰਹੇ ਹੈ। ਤੁਹਾਨੂੰ ਯਾਦ ਹੋਏਗਾ ਮੈਂ ਸਭ ਤੋਂ ਪਹਿਲੇ ਆ ਕੇ ਇੱਥੇ ਵੈਕਸੀਨੇਸ਼ਨ ਲਗਵਾਈ ਸੀ ਔਰ ਮੈਂ ਇਹ ਸਾਰਿਆਂ ਨੂੰ ਦੱਸਿਆ ਸੀਗਾ ਕਿ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਹੈ। ਮੈਂ ਉਦੋਂ ਵੀ ਫਰੰਟ ਲਾਈਨ 'ਤੇ ਆ ਕੇ ਕਿ ਵੈਕਸੀਨੇਸ਼ਨ ਇਸ ਵੇਲੇ ਵੈਕਸੀਨੇਸ਼ਨ ਹੀ ਇੱਕ ਹੱਲ ਹੈ ਇਸ ਚੀਜ਼ ਨੂੰ ਰੋਕਣ ਦਾ। ਸਾਰੇ ਕਾਰੋਬਾਰ ਤੁਹਾਨੂੰ ਵੀ ਪਤਾ ਹੈ ਕਾਫੀ ਹੱਦ ਤੱਕ ਬੰਦ ਹਨ, ਸਕੂਲ ਬੰਦ ਹਨ। ਜਦੋਂ ਤੱਕ ਅਸੀਂ ਵੈਕਸੀਨੇਸ਼ਨ ਕਰਕੇ ਆਪਣੀ ਸਾਰੀ ਪਬਲਿਕ ਨੂੰ ਪ੍ਰੋਟੈਕਟ ਨਹੀਂ ਕਰਦੇ ਅਸੀਂ ਨਾਰਮਲਾਈਜ਼ ਨਹੀਂ ਹੋ ਸਕਾਂਗੇ। ਡਾਕਟਰ ਸਾਹਿਬ, ਪਿੱਛੇ ਬੜਾ ਰੌਲਾ ਪਿਆ ਸੀਗਾ ਜਿਹੜੀ ਪ੍ਰਾਈਵੇਟ ਹਸਪੀਟਲ ਨੂੰ ਵੈਕਸੀਨੇਸ਼ਨ ਦਿੱਤੀ ਗਈ ਸੀ ਸਰਕਾਰ ਵੱਲੋਂ 400 ਦੀ ਲੈ ਕੇ 1060 ਦੀ, ਕੁਝ ਵੈਕਸੀਨੇਸ਼ਨ ਜਿਹੜੀ ਹੈ ਸਿਵਲ ਸਰਜਨ ਆਫਿਸ 'ਚ ਪਈ 1000 ਡੋਜ਼ ਪਈ, ਉਹਦੇ ਬਾਰੇ ਕੋਈ ਫੈਸਲਾ ਨਹੀਂ ਲੈ ਗਿਆ ਵੀ ਉਹ ਕਿਸ ਤਰ੍ਹਾਂ ਸਰਕੂਲੇਟ ਕਰਨੀ ਹੈ? ਉਹਦੇ ਵਾਸਤੇ ਮਾਨਯੋਗ ਸਿਹਤ ਮੰਤਰੀ ਜੀ ਕਾਫੀ ਗੰਭੀਰ ਹੈਗੇ ਆ, ਉਹ ਇਸ ਬਾਰੇ ਵਿਚਾਰ ਕਰ ਰਹੇ ਹੈਗੇ ਨੇ
ਕਿ ਇਹ ਕਿਸ ਤਰ੍ਹਾਂ ਹੋਇਆ, ਉਹਦੇ ਬਾਰੇ ਉਹ ਜਲਦੀ ਹੀ ਕੋਈ ਨਾ ਕੋਈ ਡਾਇਰੈਕਸ਼ਨ ਦੇ ਦੇਣਗੇ। ਜਿਸ ਤਰ੍ਹਾਂ ਵੀ ਉਹ ਡਾਇਰੈਕਸ਼ਨ ਦੇਣਗੇ ਉਸ ਤਰ੍ਹਾਂ ਹੀ ਅਸੀਂ ਅੱਗੋਂ ਉਸ ਨੂੰ ਫੋਲੋ ਕਰਾਂਗੇ। ਕਿੱਥੇ ਐਸਐਮਓ ਪਕੜੇ ਗਏ ਸੀ ਵਿਜੀਲੈਂਸ ਦੇ ਪਿੱਛੇ, ਤੁਹਾਨੂੰ ਯਾਦ ਹੀ ਹੋਣਾ ਜੀ। ਉਹ ਕਹਿੰਦੇ ਮੈਂ ਉੱਪਰ ਤੱਕ ਪੈਸੇ ਦੇਣਾ, ਉੱਪਰ ਤੱਕ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਲੈ ਕੇ। ਤੁਸੀਂ ਵੀ ਇਸ ਡਿਪਾਰਟਮੈਂਟ ਦਾ ਹਿੱਸਾ ਰਹੇ ਹੋ। ਮੇਰਾ ਇਹ ਪਲੇਟਫਾਰਮ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਕਰਨ ਦਾ, ਤੁਸੀਂ ਵੀ ਇਸ ਤਰ੍ਹਾਂ ਦੇ ਸਵਾਲ ਨਾ ਪੁੱਛੋ। ਮੈਂ ਤੇ ਤੁਹਾਡੇ ਕੋਲੋਂ ਇਹ ਰਾਏ ਲੈਣ ਆਈ ਆ। ਇੱਕ ਰਾਬਤਾ ਤੁਹਾਡੇ ਔਰ ਇੱਕ ਲਿੰਕ ਹੈ ਆਮ ਸਰਕਾਰ ਦੇ ਵਿੱਚ ਕਿ ਅਸੀਂ ਜੋ ਕੋਵਿਡ ਮਹਾਮਾਰੀ ਚੱਲ ਰਹੀ ਹੈ ਉਹਦੇ ਵਿੱਚ ਵੈਕਸੀਨੇਸ਼ਨ ਨੂੰ ਕਿਸ ਤਰ੍ਹਾਂ ਵਧਾ ਸਕਦੇ ਹਾਂ ਔਰ ਇਹਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ। ਅੱਛਾ, ਜਿਹੜੀ ਮਦਰ ਐਂਡ ਚਾਈਲਡ ਡੈਥ ਦੀ ਜਿਹੜੀ ਹੈ ਉਹਦੀ ਰੇਸ਼ੋ ਵਿੱਚ ਦੀ ਕਮੇਟੀਆਂ ਤਾਂ ਬਣਦੀਆਂ, ਕਿਆ ਤੁਹਾਨੂੰ ਕੀ ਲੱਗਦਾ ਇੰਪਰੂਵ ਹੋਈ ਹੈ ਜੇ ਕਿ ਨਹੀਂ ਹੋਈ? ਫਰਕ ਹੈ ਉਹਦੇ ਨਾਲੋਂ, ਕਿਉਂਕਿ ਜਿਹੜਾ 2016 ਦਾ ਡਾਟਾ ਆਇਆ ਸੀ ਉਹਦੇ 'ਚ ਸਾਡੀ ਮਾਤਰੀ ਦਰ ਕਾਫੀ ਜ਼ਿਆਦਾ ਸੀਗੀ, ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਵੀ ਸਟੇਟ 'ਤੇ ਐਜ਼ ਏ ਫੈਮਿਲੀ ਵੈਲਫੇਅਰ ਡਾਇਰੈਕਟਰ ਕੰਮ ਕੀਤਾ, ਉਹਦੇ ਵਿੱਚ ਕਾਫੀ ਦਰ 'ਚ ਕਮੀ ਆਈ ਹੈ ਔਰ ਇਸ ਨੂੰ ਹੋਰ ਇੰਪਰੂਵ ਕੀਤਾ ਜਾ ਰਿਹਾ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਕਿ ਕੋਵਿਡ-19 ਪੋਜ਼ਿਟਿਵ ਮਦਰਸ ਦੀ ਡਿਲੀਵਰੀ ਕਰਾਉਣ ਦਾ ਇੰਤਜ਼ਾਮ, ਜਿਸ ਤਰ੍ਹਾਂ ਕਿ ਪ੍ਰੋਪਰ ਪ੍ਰੋਟੋਕੋਲ ਦੇ ਨਾਲ ਇੱਕ ਆਪਣੇ ਸਟਾਫ ਦਾ ਡਰ ਖਤਮ ਕਰਨਾ ਕਿ ਇਹ ਡਿਲੀਵਰੀ ਕਰਨਾ ਅਸੀਂ ਕਰਨੀ ਹੈ, ਔਰ ਇਹ ਕੀਤੀਆਂ ਗਈਆਂ ਹਨ ਔਰ ਅਸੀਂ ਇਹਦੇ ਵਿੱਚ ਸਫਲ ਹੋਵਾਂਗੇ। ਡਾਕਟਰ ਸਾਹਿਬ ਤੁਸੀਂ ਵੀ ਸੀਗੇ ਇੱਥੇ, ਦੇਖੋ ਡਾਇਰੈਕਟਰ ਵੀ ਰਹੇ ਹੋ, ਸਿਵਲ ਸਰਜਨ ਰਹੇ ਹੋ। ਸਿਵਲ ਸਰਜਨ ਆਫਿਸ ਵੱਲੋਂ ਕਈ ਵਾਰੀ ਜਿਹੜੇ ਡਾਇਗਨੋਸਟਿਕ ਸੈਂਟਰ ਹੈ ਪਕੜੇ ਵੀ ਜਾਂਦੇ ਜਿਹੜੇ ਸੈਕਸ ਡਿਟਰਮੀਨੇਸ਼ਨ ਕਰਦੇ ਆ, ਉਹਦੇ ਕਰਕੇ ਆਪਣੀ ਜਿਹੜੀ ਰੇਸ਼ੋ ਆ ਮੇਲ ਫੀਮੇਲ ਦੀ ਕਾਫੀ ਫਰਕ ਹੈ। ਆਪਣੀ ਜੇ ਅਸੀਂ ਗੱਲ ਕਰੀਏ ਬਾਕੀ ਦੂਸਰੇ ਡਿਸਟ੍ਰਿਕਟਸ ਨੂੰ ਅਸੀਂ ਪਿੱਛੇ ਆ, ਉਹ ਪ੍ਰੋਸੀਡ ਨਹੀਂ ਹੋ ਪਾਉਂਦਾ, ਦੁਬਾਰਾ ਦੇਖਿਆ ਜਾਂਦਾ ਹੈ, ਉਹ ਫਿਰ ਦੁਬਾਰਾ ਆ ਕੇ ਖੋਲ੍ਹਣ ਲੱਗ ਜਾਂਦੇ, ਕੰਮ ਕਰਨਾ ਸ਼ੁਰੂ ਹੋ ਜਾਂਦੇ। ਕਿਆ ਇਹਨੂੰ ਲੈ ਕੇ ਡਿਪਾਰਟਮੈਂਟ ਕੋਈ ਸਖਤ ਕਦਮ ਚੁੱਕੇਗਾ? ਇਸ ਦੇ ਬਾਰੇ ਵੀ ਮੈਂ ਤੁਹਾਡੀ ਰਾਏ ਜਿਹੜੀ ਹੈ ਸੰਬੰਧਿਤ ਅਧਿਕਾਰੀਆਂ ਨੂੰ ਉੱਪਰ ਪਹੁੰਚਾ ਦਿਆਂਗੀ, ਕਿਉਂਕਿ ਮੇਰੇ DFW ਰਹਿੰਦੇ ਆ ਅਸੀਂ ਕੇਸਿਸ ਵੀ ਕੀਤੇ ਸੀਗੇ, ਹਸਪੀਟਲ ਅਸੀਂ ਸੀਲ ਵੀ ਕੀਤੇ ਆ, ਉਹ ਤੁਹਾਨੂੰ ਯਾਦ ਹੋਏਗਾ। ਔਰ ਅਸੀਂ ਉੱਥੇ ਕੰਪਨੀਜ਼ ਵੀ ਹਾਇਰ ਕੀਤੀਆਂ ਹੋਈਆਂ ਜਿਹੜੀਆਂ ਸਟਿੰਗ ਆਪਰੇਸ਼ਨਸ ਕਰਵਾਉਂਦੀਆਂ ਜਿਹੜੀਆਂ, ਪਰ ਕਿਉਂਕਿ ਕੋਵਿਡ ਮਹਾਮਾਰੀ ਦੇ ਕਰਕੇ ਇਹ ਕੰਮ ਵੀ ਸਾਡਾ ਪਿੱਛੇ ਇਹਦੇ 'ਚ ਵੀ ਫਰਕ ਪਿਆ ਹੈ। ਡਾਕਟਰ ਸਾਹਿਬ ਅੱਜ ਦਾ ਕੁਝ ਤੁਹਾਡਾ ਖਾਸ ਏਜੰਡਾ ਜਿਹੜੀ ਤੁਸੀਂ ਮੀਟਿੰਗ ਬੁਲਾਈ ਹੈ? ਜੀ ਮੀਟਿੰਗ ਤਾਂ ਇਹੀ ਕਰਨੀ ਹੈ ਕਿ ਅਸੀਂ ਵੈਕਸੀਨੇਸ਼ਨ ਨੂੰ ਕਿਸ ਤਰ੍ਹਾਂ ਵਧਾ ਸਕਦੇ ਹਾਂ, ਵੈਕਸੀਨੇਸ਼ਨ ਦੀ ਹੈਜ਼ੀਟੈਂਸੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਡਰ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ। SMO ਪਿੰਡ ਜਾ ਕੇ ਬਾਕੀ ਡਿਪਾਰਟਮੈਂਟਸ ਦੇ ਨਾਲ, ਪੰਚਾਇਤਾਂ ਦੇ ਨਾਲ, ਅਗਰ ਅਸੀਂ ਹਾਊਸ ਟੂ ਹਾਊਸ ਇੱਕ ਪਿੰਡਾਂ ਦੇ ਵਿੱਚ ਅਗਰ ਜਾਂ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਵੀ ਛੋਟੇ ਸਾਡੇ ਜਿਹੜੇ ਅਰਬਨ ਹਸਪੀਟਲਸ ਨੇ ਉਹਨਾਂ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਵੱਡੀਆਂ ਗੈਦਰਿੰਗਸ ਕਰਨੀਆਂ ਤੇ ਅਸੀਂ ਕਰ ਨਹੀਂ ਸਕਦੇ। ਅਸੀਂ ਸੋਚਦੇ ਹਾਂ ਕਿ ਅਸੀਂ ਗਲੀਆਂ ਮੁਹੱਲਿਆਂ ਤੱਕ ਜਾ ਕੇ ਲੋਕਾਂ ਨੂੰ ਇਹ ਵੈਕਸੀਨ ਹੈਜ਼ੀਟੈਂਸੀ ਜਦ ਤੱਕ ਅਸੀਂ ਦੂਰ ਨਹੀਂ ਕਰਦੇ, ਜਦ ਤੱਕ ਵੈਕਸੀਨੇਸ਼ਨ ਪ੍ਰੋਪਰ ਨਹੀਂ ਹੁੰਦੀ, ਅਸੀਂ ਕੋਵਿਡ-19 ਮਹਾਮਾਰੀ ਨੂੰ ਰੋਕਣ 'ਚ ਕਿਤੇ ਨਾ ਕਿਤੇ ਲੇਟ ਹੁੰਦੇ ਜਾਵਾਂਗੇ। ਡਾਕਟਰ ਸਾਹਿਬ ਲਾਸਟ ਸਵਾਲ ਹੈ ਜੀ, 21 ਤਰੀਕ ਨੂੰ ਵੈਕਸੀਨੇਸ਼ਨ ਸ਼ੁਰੂ ਹੋ ਰਹੀ, ਡਰਾਈਵ 18 ਸਾਲ ਤੋਂ ਲੈ ਕੇ 44 ਸਾਲ ਤੱਕ, ਉਹਨੂੰ ਲੈ ਕੇ ਕਿਆ ਪਲਾਨਿੰਗ ਕੀਤੀ ਗਈ ਹੈਲਥ ਡਿਪਾਰਟਮੈਂਟ ਵੱਲੋਂ, ਜਾਂ ਤੁਸੀਂ ਕੋਈ ਸੁਝਾਅ ਦਿਓਗੇ ਆਪਣੇ ਵੱਲੋਂ? ਦੇਖੋ ਅੱਜ ਇਹੀ ਗੱਲਾਂ ਅਸੀਂ ਇੱਥੇ ਕਰਨ ਆਏ ਹਾਂ, ਤੁਸੀਂ ਵੀ ਸੁਝਾਅ ਦਿਓ ਕਿ ਇਹਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ, ਇਹਨੂੰ ਈਜ਼ੀ ਕਿਸ ਤਰ੍ਹਾਂ ਕਰਨਾ ਚਾਹੀਦਾ, ਇਹ ਸਰਲ ਹੋਣਾ ਚਾਹੀਦਾ ਔਰ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਇਹਦਾ ਹੋਏ। ਦੇਖੋ ਕਾਲਜਸ ਬੰਦ ਹੈਗੇ ਆ ਜਦ ਤੱਕ, ਔਰ ਬਹੁਤ ਅਸਰ ਹੋ ਰਿਹਾ ਸਾਡੇ ਯੂਥ ਤੇ ਬੱਚਿਆਂ ਤੇ, ਜਦ ਤੱਕ ਅਸੀਂ ਵੈਕਸੀਨੇਟ ਨਹੀਂ ਕਰ ਦੇਵਾਂਗੇ ਅਸੀਂ ਪ੍ਰੋਪਰ ਆਪਣੀ ਜਨਰੇਸ਼ਨ ਜਿਹੜੀ ਸਾਡੀ ਅੱਗੋਂ, ਦੇਖੋ ਉਹਨਾਂ ਦੀ ਸਾਰੀ ਡਿਵੈਲਪमेंट पे फ़र्क पै रहा हैगा। ये देखिए डॉक्टर प्रभदीप कौर जौहल यहीं पर ये पहले DMC रही हैं, सिविल सर्जन रही हैं, डायरैक्टर रही हैं। ਸਾਡੇ ਨਾਲ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ। ਡਾਕਟਰ ਸਾਹਿਬ ਸਿਵਲ ਹਸਪੀਟਲ ਤੁਸੀਂ ਵੀ ਰਹੇ ਹੋ, ਇੱਥੇ SMO ਵੀ ਰਹੇ ਹੋ, ਕਾਫੀ ਇੱਥੇ ਜਿਵੇਂ ਸ਼ਾਰਟ ਕਮਿੰਗ ਹੈਗੀਆਂ, ਸਪੈਸ਼ਲਿਸਟ ਡਾਕਟਰ ਨਹੀਂ ਹੈਗੇ ਜਿਹਦੇ ਕਰਕੇ ਕਾਫੀ ਪਰੇਸ਼ਾਨੀ ਆ ਰਹੀ ਹੈ। ਉਹਦੇ ਲਈ ਕਿ ਮੈਂ ਆਪਣੇ ਹੁੰਦਿਆਂ ਵੀ ਮਾਨਯੋਗ ਮੰਤਰੀ ਸਾਹਿਬ, ਸਕੱਤਰ ਸਾਹਿਬ ਦੇ ਧਿਆਨ 'ਚ ਖਾਸ ਤੌਰ ਤੇ ਅਸੀਂ EMPLOYEES ਵੈਲਫੇਅਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਸਾਹਿਬ ਤੋਂ ਨਿੱਜੀ ਤੌਰ ਤੇ ਵੀ ਹਰ ਵਾਰ ਰਖਵਾਇਆ, ਤੇ ਲੈਟਰ ਵੀ ਜਿਹੜੀਆਂ ਕੋਰਸਪੋਂਡੈਂਸ ਮੇਰੇ ਖਿਆਲ ਸ਼ਾਇਦ ਘੱਟੋ ਘੱਟ 4-5 ਵਾਰੀ ਕੋਰਸਪੋਂਡੈਂਸ ਹੋਈ ਆ। ਪ੍ਰੋਬਲਮ ਕੀ ਆ ਰਹੀ ਆ ਕਿ ਈਵਨ ਮੈਡਮ ਵਿਨੀ ਮਹਾਜਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ, ਪਰ ਜਿਹੜੇ ਸਪੈਸ਼ਲਿਸਟ ਡਾਕਟਰ ਹੈਗੇ ਆ ਉਹ ਜੁਆਇਨ ਘੱਟ ਕਰ ਰਹੇ ਆ ਸਟੇਟ ਲੈਵਲ ਤੇ। ਪਿੱਛੇ 400 ਬੰਦੇ ਨੂੰ ਬੁਲਾਇਆ ਗਿਆ ਡਾਕਟਰਾਂ ਨੂੰ, ਸਿਰਫ 18 ਸਪੈਸ਼ਲਿਸਟ ਡਾਕਟਰ ਨੇ ਜੁਆਇਨ ਕੀਤਾ ਪੰਜਾਬ 'ਚ, ਜਿਹਦੇ ਕਰਕੇ ਇਹ ਮੁਸ਼ਕਲ ਥਰੂਆਊਟ ਪੰਜਾਬ ਜਿਹੜੀ ਇਹ ਮੁਸ਼ਕਲ ਬਣੀ ਹੋਈ ਆ। ਤੇ ਡਾਕਟਰ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਕਿਉਂ ਨਹੀਂ ਆ ਰਹੇ ਸਪੈਸ਼ਲਿਸਟ ਡਾਕਟਰ ਹੈਲਥ ਸਰਕਾਰੀ ਨੌਕਰੀ ਜੁਆਇਨ ਕਿਉਂ ਨਹੀਂ ਕਰਨਾ ਚਾਹੁੰਦੇ? ਕੀ ਲੱਗਦਾ ਵੀ ਤਨਖਾਹ ਘੱਟ ਹੈ? ਨਹੀਂ, ਇਹਦੇ ਬਾਰੇ ਤਾਂ ਸਰਕਾਰ ਦੇ ਜਿਹੜੇ ਨਿਰਧਾਰਤ ਮਾਪਦੰਡ ਹੈਗੇ ਆ ਉਹਨਾਂ ਨੇ ਤਨਖਾਹ ਫਿਕਸ ਕੀਤੀ ਹੋਈ ਆ, ਪਰ ਸਰਕਾਰ ਦੀ ਇੱਕ ਹਾਈ ਲੈਵਲ ਦੀ ਕਮੇਟੀ ਜਿਹਦੇ 'ਚ ਮਾਨਯੋਗ ਸਕੱਤਰ ਸਾਹਿਬ, ਸਾਡੇ ਡਾਇਰੈਕਟਰ ਸਾਹਿਬ ਜਾਂ ਹੋਰ ਸਾਰੇ ਸੀਨੀਅਰ ਅਧਿਕਾਰੀ ਮੰਤਰੀ ਸਾਹਿਬ ਜਾਂ ਐਡਵਾਈਜ਼ਰ ਜਿਹੜੇ ਚੇਅਰਮੈਨ ਨੇ ਸਾਡੇ VK ਤਲਵਾੜ ਜੀ, ਉਹ ਵੀ ਹੈਗੇ ਆ, ਪਰ ਉਹ ਹਰ ਪੱਖੋਂ ਚਾਹੁੰਦੇ ਆ ਕਿ ਜਿਹੜੇ ਸਪੈਸ਼ਲਿਸਟ ਸਾਡੇ ਆਰਡਰ 'ਚ ਵੱਧ ਤੋਂ ਵੱਧ ਆਉਣ। ਪਰ ਇਹ ਨੈਚੁਰਲ ਅੱਜ ਕੱਲ੍ਹ ਜਿਹੜੇ ਡਾਕਟਰਾਂ ਦੇ ਹੁਣ ਡਿਪੈਂਡ ਕਰਦਾ ਕਿ ਉਹਨਾਂ ਦੇ ਮਾਈਂਡ 'ਚ ਕੀ ਗੱਲ ਹੈਗੀ ਆ ਕਿ ਦੇਖਣ ਜਾਏ ਜੀ ਵੀ ਰੇਡੀਓਲੋਜੀ ਦੀ ਤੁਹਾਡੇ ਕੋਲ ਸੈਲਰੀ ਤਾਂ 75,000 ਲੱਖ ਰੁਪਏ ਹੈ ਜੀ, ਬਾਹਰ ਉਹਨਾਂ ਨੂੰ ਸੈਲਰੀ 2.5-3 ਲੱਖ ਰੁਪਏ ਮਿਲਦੀ। ਉਹੀ ਹਾਲ ਅਨਸਥੀਸੀਆ ਵਾਲਿਆਂ ਡਾਕਟਰਾਂ ਦਾ, ਇਹੋ ਹੀ ਦੂਜੀ ਸਪੈਸ਼ਲਿਸਟ ਡਾਕਟਰਾਂ। ਕੀ ਤੁਹਾਡੇ ਵੱਲੋਂ ਸਰਕਾਰ ਨੂੰ ਮੈਡਮ ਆਏ ਨੇ ਇਹ ਸੁਝਾਅ ਦਿੱਤਾ ਜਾਏਗਾ ਵੀ ਇਹਨੂੰ ਰਿਵਿਊ ਕੀਤਾ ਜਾਏ ਤਾਂ ਕਿ ਸਪੈਸ਼ਲਿਸਟ ਡਾਕਟਰ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਗੇ ਤੇ ਹਸਪਤਾਲ ਚੱਲਣਗੇ ਕਿਵੇਂ?
ਇਹ ਬਿਲਕੁਲ ਪਿਛਲੇ ਸੰਡੇ ਸਾਡੇ ਮਾਨਯੋਗ ਡਾਇਰੈਕਟਰ ਜੀਵੀ ਸਿੰਘ ਜੀ ਆਏ ਸੀ, ਇੱਥੇ ਦੌਰੇ ਤੇ ਆਏ ਸੀ ਸਾਡਾ। ਉਹਨਾਂ ਨਾਲ ਵੀ ਅਸੀਂ ਇਹ ਬੇਨਤੀ ਕੀਤੀ ਸੀ ਕਿ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਅਸੀਂ ਸਰਕਾਰ ਪੱਧਰ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਰੇਟਸ ਜਾਂ ਜਿਹੜੇ ਪਰਕਸ ਰਿਵਾਈਜ਼ ਕਰ ਜਾਣ। ਪਰ ਮੈਡਮ ਹੁਣ ਕਿਉਂਕਿ ਸਾਡੇ ਐਡਵਾਈਜ਼ਰ ਨੇ ਸਿਹਤ ਵਿਭਾਗ ਬਣਦੇ, ਤੇ ਅੱਜ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਪਹਿਲਾਂ ਸਿਵਲ ਹਸਪਤਾਲ ਜਿਹੜਾ ਅੰਮ੍ਰਿਤਸਰ ਹੈਗਾ, ਜਿੱਥੇ ਆਮ ਮੈਡਮ ਡੀਐਮਸੀ ਰਹੇ ਨੇ, ਮਾਨਯੋਗ ਸਿਵਲ ਸਰਜਨ ਰਹੇ ਨੇ, ਇਹਨੂੰ ਭਰਨ ਲਈ ਸਾਡੇ ਲਈ ਵਿਸ਼ੇਸ਼ ਬੇਸ਼ੱਕ ਉਹ ਡਾਕਟਰ ਦੀ ਤਨਖਾਹ ਵਿੱਚ ਕੋਈ ਪਰਕਸ ਐਡ ਕਰ ਦੇਣ ਤਾਂ ਕਿ ਇਹ ਐਲੀ ਹਸਪਤਾਲ ਜਿਹੜਾ ਸਾਡਾ ਨੰਬਰ 1 ਪੰਜਾਬ ਦਾ ਬਣ ਸਕੇ। ਤੇ ਡਾਕਟਰ ਸਾਹਿਬ ਆਪਣੇ ਕੋਲ ਕਿੰਨੇ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਹੈ? ਸਾਡੇ ਕੋਲ ਦੇਖੋ ਸਕਿਨ ਦਾ ਸਪੈਸ਼ਲਿਸਟ ਜਿਹੜਾ ਕਾਫੀ ਸਮੇਂ ਤੋਂ ਡਾਕਟਰ ਨਿਧੀ ਰਿਜ਼ਾਈਨ ਕਰਨ ਤੋਂ ਬਾਅਦ ਨਹੀਂ ਹੈਗਾ। ਸੈਕਟਰੀ ਦੀ ਡਾਕਟਰ ਸੀ ਉਹ ਤਰਨਤਾਰਨ ਚਲੀ ਗਈ ਹੈ। ਇਸੇ ਤਰ੍ਹਾਂ ENT ਦਾ ਡਾਕਟਰ ਰਣਜੀਤ ਸੀ ਉਹ ਪ੍ਰਮੋਟ ਹੋ ਗਿਆ। ਇਹ ਮੇਨ ਬ੍ਰਾਂਚਸ ਹੈਗੀਆਂ। ਈਵਨ ਮੈਡੀਸਨ ਦਾ ਰੇਡੀਓਲੋਜੀ ਦਾ ਹਰੀਸ਼ ਤੋਂ ਬਾਅਦ ਕੋਈ ਡਾਕਟਰ ਨਹੀਂ ਆਇਆ, 2 ਸਾਲ ਹੋ ਗਏ ਆ। ਦੈਨ ਮੈਡੀਸਨ ਦਾ ਵੀ ਡਾਕਟਰ ਜਿਹੜਾ ਸੀ ਰੈਜ਼ੀਡੈਂਸੀ ਲਈ ਚਲਾ ਗਿਆ। ਚੈਸਟ ਐਂਡ TB ਦੇ ਡਾਕਟਰ ਰੈਜ਼ੀਡੈਂਸੀ ਲਈ ਜਾ ਰਹੇ ਆ। ਮੈਂ ਆਲਮੋਸਟ ਜਿਹੜੀਆਂ ਕਾਫੀ ਮੇਜਰ ਸਪੈਸ਼ਲਿਟੀ ਹੈਗੀਆਂ ਉਹਦੇ ਡਾਕਟਰ ਜਿਹੜੇ ਸਾਡੇ ਕੋਲ रेजिडेंसी के जानकार भी खाली हो रही हैं। ये देखिए सिविल सर्जन है डॉक्टर चरणजीत सिंह, इनका कहना है कि कई स्पेशलिस्टों के डॉक्टर यहाँ पर नहीं आ रहे। बार बार सरकार की ओर से आवेदन मंगवाए जाते हैं। 400 लोगों की भर्ती के लिए कहा गया था, लेकिन 18 ही ज्वाइन किए। अब शायद सरकार को ये रिव्यू करना चाहिए, क्योंकि सरकारी वेतन जो है वो बहुत कम है, जबकि निजी अस्पतालों में, प्राइवेट सेक्टर में डॉक्टरों को वेतन काफ़ी दिया जा रहा है। वैसे भी डॉक्टर बनने में 10 साल का स्पेशलिस्ट डॉक्टर जो बनते हैं 10 साल लग जाते हैं, बहुत मेहनत करते हैं। अब इन्होंने जो सारी बातें हैं डॉक्टर प्रभदीप कौर जौहल को बता दी है, जिन्हें हाल ही में सरकार की ओर से सेहत विभाग का एडवाइज़र नियुक्त किया गया है। अब ये आगे यहाँ की बात एक पुल का काम करेंगी। अमृतसर में जहाँ जहाँ यहाँ पंजाब में दूसरे स्थानों पर भी जहाँ जहाँ कमियाँ हैं, उन कमियों को दूर करने के लिए ये सरकार के साथ बात करेंगी। हमारे साथ हैं एम्प्लॉइज़ वेलफेयर एसोसिएशन के चेयरमैन डॉक्टर राकेश शर्मा, इनसे बात करें। शर्मा जी, ਅੱਜ ਤੁਹਾਡਾ ਕੀ ਕਹਿਣਾ, ਤੁਸੀਂ ਵੀ ਲੰਬੇ ਸਮੇਂ ਤੋਂ ਮੈਡਮ ਨਾਲ ਕੰਮ ਕੀਤਾ ਹੈ। ਡਾਕਟਰ ਪ੍ਰਭਦੀਪ ਜੋਲ ਨੂੰ ਪੰਜਾਬ ਸਰਕਾਰ ਵੱਲੋਂ ਹੈਲਥ ਡਿਪਾਰਟਮੈਂਟ ਐਡਵਾਈਜ਼ਰ ਨਿਯੁਕਤ ਕਰਨ ਦੇ ਅਸੀਂ ਆਪਣੀ ਐਸੋਸੀਏਸ਼ਨ ਵਾਲਿਆਂ ਦਾ ਤੇ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤਾਂ ਅੱਜ ਇਹਨਾਂ ਦਾ ਜੀ ਆਇਆਂ ਕਹਿਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਹਾਂ। ਤੇ ਮੈਡਮ ਬਹੁਤ ਹੀ ਮਿਹਨਤੀ ਤੇ ਇਮਾਨਦਾਰ। ਡਾਕਟਰ ਪਿੱਛੇ ਡਾਕਟਰ ਅਰੁਣ ਸ਼ਰਮਾ ਦੀ ਡੈਥ ਹੋ ਜਾਂਦੀ, ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਸਦੱਸਿਆਂ ਨੂੰ ਨੌਕਰੀ ਨਹੀਂ ਮਿਲੀ ਕਿਆ ਮੈਡਮ ਨਾਲ? ਨੌਕਰੀ ਨਹੀਂ ਮਿਲੀ ਉਹਨਾਂ ਨੂੰ, ਬਾਕੀ ਮਰਕ ਮਿਲ ਗਏ। ਸਿਵਲ ਸਰਜਨ ਸਾਹਿਬ ਨੇ ਪੂਰੀ ਐਫਰਟ ਲਾਏ ਤੇ ਹੁਣ ਜਿਹੜਾ ਉਹਨਾਂ ਦਾ GPF ਦੇ 40 ਲੱਖ ਰੁਪਈਆ ਵੀ ਆ ਗਿਆ, ਇੰਸ਼ੋਰੈਂਸ ਦੇ ਮਿਲ ਗਏ ਸੀ, ਨੌਕਰੀ ਕੋਈ ਨਹੀਂ ਮਿਲੀ। ਉਹ ਮੈਂ ਅੱਗੇ ਵੀ ਸਰਕਾਰ ਕੋਲ ਡਿਮਾਂਡ ਕੀਤੀ ਸੀ ਵੀ ਜੇ MLA ਦੇ ਬੱਚਿਆਂ ਨੂੰ ਨੌਕਰੀ ਮਿਲ ਸਕਦੀ ਤੇ ਸ਼ਹੀਦ ਦੇ ਬੱਚੇ ਨੂੰ ਕਿਉਂ ਨਹੀਂ ਮਿਲਦੀ। ਉਹ ਡਾਕਟਰ ਆ, ਉਹ ਕੋਲ ਕਲਾਸ ਹੋ ਹੈਗਾ ਨਹੀਂ ਸੀ, ਡਾਕਟਰ ਹੈਗਾ ਸੀ ਤੇ ਡਾਕਟਰ ਨੂੰ ਡਾਕਟਰ ਲਾਉਣ ਵਾਸਤੇ ਹੀ ਇਹ ਸਰਕਾਰ ਵਾਸਤੇ ਤਰਲੇ ਕੱਢਣੇ ਪੈਣ ਡੇ ਸਾਨੂੰ। ਮੈਂ ਘੱਟੋ ਘੱਟ 6 ਚਿੱਠੀਆਂ ਲਿਖੀਆਂ ਵੀ ਇਹਨੂੰ ਲਾ ਦਿਓ, ਡਾਕਟਰ ਨੂੰ ਡਾਕਟਰ ਲਾ ਦਿਓ। MD ਕਰ ਇੱਕ ਮਹੀਨੇ ਡਾਕਟਰ ਮਿਲਣ ਨਹੀਂ ਡੇ, ਤੇ ਜੇ ਮਿਲਿਆ ਤਾਂ ਉਹਨੂੰ ਕਹਿੰਦੇ ਵੀ ਕਲਾਸ 3 ਲੱਗ। ਇਹ ਪਾਲਿਸੀ ਬੜੀ ਮਾੜੀ ਇਹਨਾਂ ਦੀ। ਜੇ MLA ਦਾ ਨਿਆਣਾ ਉਹ ਲੱਗ ਸਕਦਾ, DSP ਲੱਗ ਸਕਦਾ, ਤਹਿਸੀਲਦਾਰ ਲੱਗ ਸਕਦਾ, ਤੇ ਡਾਕਟਰ ਦਾ क्यों नहीं लग सकता। इन्होंने बहुत अच्छी बात करी है। जिस डॉक्टर शहीद हो गए थे, पहली शहीदी पाई थी उन्होंने, डॉक्टर अरुण शर्मा, यहीं पर SMO थे। कोरोना के दौरान उनकी मौत हो गई, तब उन्हें वॉरियर भी घोषित किया गया था। सेहत मंत्री खुद उनका दाह संस्कार यहाँ पर जब हुआ था तब आए थे। इनकी ओर से आज ये भी बात ध्यान में लाई गई है कि उनके बच्चों को नौकरी क्यों नहीं दी जा रही। इनका वाजिब सवाल है, यदि किसी विधायक मंत्री के बच्चों को नौकरी दी जा सकती है तो फिर एक जो सरकारी डॉक्टर था जिसकी मौत हो जाती है, उनके बच्चों को नौकरी क्यों नहीं दी जा सकती। आज प्रभदीप कौर जौहल जो डॉक्टर हैं, ये आज बात कर रही हैं तमाम सीनियर मेडिकल अधिकारियों के साथ, और उनके सुझाव लिए जाएंगे ताकि सेहत विभाग की जो सेवाएं हैं इन्हें बेहतर बनाया जा सके। अमृतसर से D4 न्यूज़ के लिए दीपक भंडारी के साथ रिपोर्ट।